कूच अध्याय 40। फिर यहोवा मूसा ਨੂੰ ਬੋਲਿਆ ਕਿ ਪਹਿਲੇ ਮਹੀਨੇ ਦੀ ਪਹਿਲੇ ਦਿਨ ਤੂੰ ਡੇਰੇ ਦੀ ਮੰਡਲੀ ਦਾ ਤੰਬੂ ਖੜਾ ਕਰੀ। ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀ। ਤੂੰ ਮੇਜ਼ ਨੂੰ ਅੰਦਰ ਲਿਆਵੀ ਅਤੇ ਉਸ ਦੇ ਸਮਾਨ ਨੂੰ ਸਵਾਰ ਕੇ ਰੱਖੀ ਅਤੇ ਤੂੰ ਸਮਾਧਾਨ ਨੂੰ ਅੰਦਰ ਲਿਆਵੀ ਔਰ ਉਸ ਦੇ ਦੀਵੇ ਜਗਾਵੀ ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖੀ ਦੇ ਸੰਦੂਕ ਦੇ ਅੱਗੇ ਰੱਖੀ ਅਤੇ ਡੇਰੇ ਦੇ ਦਰਵਾਜ਼ੇ ਦੇ ਓਟ ਲਮਕਾਈ। ਤੂੰ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀ ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਔਰ ਉਸ ਵਿੱਚ ਪਾਣੀ ਪਾਈ। ਫਿਰ ਤੂੰ ਹਾਥੇ ਨੂੰ ਚੁਫੇਰੇ ਖੜਾ ਕਰੀ ਅਤੇ ਹਾਥੇ ਦੇ ਫਾਟਕ ਦੀ ਓਟ ਲਮਕਾਈ। ਤੂੰ ਮਲਣ ਦਾ ਤੇਲ ਲੈ ਕੇ ਡੇਰੇ ਨੂੰ ਅਤੇ ਜੋ ਕੁਝ ਉਸ ਵਿੱਚ ਹੈ ਉਸ ਨੂੰ ਮਲੀ। ਸੋ ਤੂੰ ਉਹਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤਰ ਕਰੀ ਅਤੇ ਉਹ ਪਵਿੱਤਰ ਹੋਵੇਗਾ। ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀ। ਯੂੰ ਤੂੰ ਜਗਵੇਦੀ ਨੂੰ ਪਵਿੱਤਰ ਕਰੀ ਤਾਂ ਉਹ ਜਗਵੇਦੀ ਅਤ ਪਵਿੱਤਰ ਹੋਵੇਗੀ। ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀ। ਤੂੰ ਉਹਨੂੰ ਪਵਿੱਤਰ ਕਰੀ। ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਈ ਅਤੇ ਉਹਨਾਂ ਨੂੰ ਪਾਣੀ ਨਾਲ ਨੁਲਾਈ। ਤੂੰ ਹਾਰੂਨ ਨੂੰ ਪਵਿੱਤਰ ਬਸਤਰ ਪਵਾਈ ਅਤੇ ਤੂੰ ਉਹਨੂੰ ਮਸਾ ਕਰਕੇ ਪਵਿੱਤਰ ਕਰੀ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ। ਤੂੰ ਉਸ ਦੇ ਪੁੱਤਰ ਨੂੰ ਨੇੜੇ ਲਿਆ ਕੇ ਕੁੜਤੇ ਪਵਾਈ ਅਤੇ ਤੂੰ ਉਹਨਾਂ ਨੂੰ ਮਸਾ ਕਰੀ ਜਿਵੇਂ ਤੈਂ ਉਹਨਾਂ ਦੇ ਪਿਤਾ ਨੂੰ ਮਸਾ ਕੀਤਾ ਤਾਂ ਜੋ ਉਹ ਮੇਰੇ ਲਈ ਜਾਜਕ ਹੋਣ ਅਤੇ ਯੂੰ ਉਹਨਾਂ ਦਾ ਮਸਾ ਹੋਣਾ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਦ ਜਾਜਕਾਈ ਹੋਵੇਗੀ। ਮੂਸਾ ਨੇ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ। ਉਪਰੰਤ ਯੂੰ ਹੋਇਆ ਕਿ ਦੂਜੇ ਵਰ੍ਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਰਾ ਖੜਾ ਕੀਤਾ ਗਿਆ ਅਤੇ ਮੂਸਾ ਨੇ ਡੇਰੇ ਨੂੰ ਖੜਾ ਕੀਤਾ ਔਰ ਉਸਨੇ ਉਹਦੀਆਂ ਚੀਤੀਆਂ ਔਰ ਉਸਦੇ ਫੱਟੇ ਲਾਏ ਅਤੇ ਉਸਦੇ ਹੋੜੇ ਰੱਖੇ ਅਤੇ ਉਸਦੀਆਂ ਥੰਮੀਆਂ ਕੜੀਆਂ ਕੀਤੀਆਂ। ਫਿਰ ਡੇਰੇ ਉੱਤੇ ਉਸਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾ ਟਕਣਾ ਲਾਇਆ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸ ਸਾਕੇ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਟੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪਰਾਚਿਤ ਦਾ ਸਰਪੋਸ ਉਤਾਹਾ ਸੰਦੂਕ ਦੇ ਉੱਤੇ ਰੱਖਿਆ। ਉਹ ਸੰਦੂਕ ਨੂੰ ਡੇਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪਰਦਾ ਲਮਕਾਇਆ ਅਤੇ ਸਾਕੇ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਰੇ ਦੇ ਉੱਤਰ ਵੱਲ ਦੇ ਪਾਸੇ ਪਰਦੇ ਤੋਂ ਬਾਹਰ ਰੱਖਿਆ ਅਤੇ ਉਸਨੇ ਉਸ ਉੱਤੇ ਯਹੋਵਾ ਅੱਗੇ ਰੋਟੀ ਸਵਾਰ ਕੇ ਰੱਖੀ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਤਾਂ ਉਸਨੇ ਸਮਾਧਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ ਅਤੇ ਉਸਨੇ ਯਹੋਵਾ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ ਅਤੇ ਉਸ ਉੱਤੇ ਸੁੰਗਤੀ ਧੂਪ ਜੁਲਾਈ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸਨੇ ਡੇਰੇ ਦੇ ਦਰਵਾਜ਼ੇ ਦੀ ਓਟ ਲਮਕਾਈ ਤਾਂ ਉਸਨੇ ਹੋਮ ਦੀ ਜਗਵੇਦੀ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਰੱਖਿਆ ਔਰ ਉਸ ਉੱਤੇ ਹੋਮ ਦੀ ਭੇਟ ਔਰ ਮੈਦੇ ਦੀ ਭੇਟ ਚੜਾਈ ਜਿਵੇਂ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੀ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ ਅਤੇ ਮੂਸਾ ਤੇ ਹਾਰੂਨ ਅਤੇ ਉਸਦੇ ਪੁੱਤਰ ਉਸ ਵਿੱਚ ਹੱਥ ਪੈਰ ਧੋਂਦੇ ਹੁੰਦੇ ਸਨ। ਅਰਥਾਤ ਜਦ ਉਹ ਸਾਖੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਉਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ
ਉਹ ਇਸ਼ਨਾਨ ਕਰਕੇ ਹੁੰਦੇ ਸਨ ਜਿਵੇਂ ਯਹੋਵਾ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਫਿਰ ਉਸਨੇ ਹਾਤਾ ਡੇਰੇ ਅਤੇ ਜਗਵੇਦੀ ਦੇ ਚੁਫੇਰੇ ਖੜਾ ਕੀਤਾ ਅਤੇ ਉਸਨੇ ਓਟ ਨੂੰ ਹਾਤੇ ਦੇ ਫਾਟਕ ਉੱਤੇ ਲਮਕਾਇਆ। ਯੂੰ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ। ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾ ਦੇ ਪ੍ਰਤਾਪ ਨੇ ਡੇਰੇ ਨੂੰ ਭਰ ਦਿੱਤਾ ਤਾਂ ਮੂਸਾ ਮੰਡਲੀ ਦੇ ਤੰਬੂ ਵਿੱਚ ਵੜਨ ਨਾ ਸਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾ ਦੇ ਪ੍ਰਤਾਪ ਨੇ ਡੇਰੇ ਨੂੰ ਭਰ ਦਿੱਤਾ। ਜਦ ਬੱਦਲ ਡੇਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਰਾਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਚੱਲਦੇ ਸਨ, ਪਰ ਜਦ ਬੱਦਲ ਨਾ ਚੁੱਕ ਹੁੰਦਾ ਸੀ ਤਾਂ ਉਹ ਨਹੀਂ ਚੱਲਦੇ ਸਨ ਜਦ ਤੱਕ ਬੱਦਲ ਚੁੱਕਿਆ ਨਾ ਜਾਵੇ, ਕਿਉਂਕਿ ਦਿਨ ਨੂੰ ਯਹੋਵਾ ਦਾ ਬੱਦਲ ਡੇਰੇ ਉੱਤੇ ਹੁੰਦਾ ਸੀ ਅਤੇ ਰਾਤ ਉਸ ਵਿੱਚ ਅੱਗ ਹੁੰਦੀ ਸੀ। ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਹਨਾਂ ਦੇ ਸਾਰੇ ਸਫ਼ਰ ਵਿੱਚ ਯੂੰ ਹੀ ਹੁੰਦਾ ਰਿਹਾ। ਰਾਜਿਆਂ ਦੀ ਦੂਜੀ ਪੋਥੀ ਅਧਿਆਇ 16। ਰਮਲਿਆ ਦੇ ਪੁੱਤਰ ਪੱਕਾ ਦੇ 17ਵੇਂ ਵਰੇ ਯਹੂਦਾ ਦੇ ਪਾਦਸ਼ਾਹ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ ਅਤੇ ਆਹਾਜ਼ 20 ਵਰ੍ਹਿਆਂ ਦਾ ਸੀ ਜਦ ਰਾਜ ਕਰਨ ਲੱਗਾ ਔਰ ਉਹਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ ਔਰ ਉਹਨੇ ਉਹ ਕੰਮ ਕੀਤਾ ਜੋ ਯਹੋਵਾ ਉਹਦੇ ਪਰਮੇਸ਼ਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹਦੇ ਪਿਤਾ ਦਾਊਦ ਨੇ ਕੀਤਾ ਸੀ। ਪਰ ਉਹ ਇਸਰਾਏਲ ਦੀਆਂ ਪਾਦਸ਼ਾਹਾਂ ਦੇ ਰਾਜ ਉੱਤੇ ਤੁਰਿਆ ਸਗੋਂ ਉਹਨਾਂ ਕੌਮਾਂ ਦੀਆਂ ਘਿਨਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾ ਨੇ ਇਸਰਾਏਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ। ਉਹਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਦੀ ਲੰਘਾਇਆ ਅਤੇ ਉਹ ਉੱਚੀਆਂ ਤਾਵਾਂ ਔਰ ਟਿੱਲੀਆਂ ਉੱਤੇ ਔਰ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜਾਉਂਦਾ ਅਤੇ ਧੂਪ ਦਿਖਾਉਂਦਾ ਰਿਹਾ। ਤਦ ਆਰਾਮ ਦੇ ਰਾਜੇ ਰਸੀਨ ਔਰ ਇਸਰਾਏਲ ਦੇ ਪਾਦਸ਼ਾਹ ਰਮਲਿਆ ਦੇ ਪੁੱਤਰ ਪੱਕਾ ਨੇ ਲੜਨ ਲਈ ਯਰੂਸ਼ਲਮ ਉੱਤੇ ਚੜਾਈ ਕੀਤੀ ਔਰ ਉਹਨਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਹਦੇ ਉੱਤੇ ਪ੍ਰਬਲ ਨਾ ਹੋ ਸਕੇ। ਉਸ ਵੇਲੇ ਆਰਾਮ ਦੇ ਰਾਜੇ ਰਸੀਨ ਏਲਤ ਨੂੰ ਯੇਫਰ ਲੈ ਕੇ ਆਰਾਮ ਵਿੱਚ ਰਲਾ ਦਿੱਤਾ ਔਰ ਏਲਤ ਵਿੱਚੋਂ ਯਹੂਦੀਆਂ ਨੂੰ ਔਖਾ ਹੀ ਕੱਢ ਛੱਡਿਆ ਔਰ ਆਰਾਮੀ ਏਲਤ ਵਿੱਚ ਆ ਵੜੇ ਔਰ ਅੱਜ ਦੇ ਦਿਨ ਤਾਈਂ ਉੱਤੇ ਵਸਦੇ ਹਨ। ਸੋ ਆਹਾਜ਼ ਨੇ ਅਸੂਰ ਦੇ ਪਾਦਸ਼ਾਹ ਦਿਗਲਤ ਪਿਲਸਰ ਕੋਲ ਇਹ ਆਖ ਕੇ ਹਲਕਾਰੇ ਕੱਲੇ ਪਈ, ਮੈਂ ਤੇਰਾ ਦਾਸ ਤੇ ਤੇਰਾ ਪੁੱਤਰ ਹਾਂ, ਆ ਕੇ ਮੈਨੂੰ ਆਰਾਮ ਦੇ ਰਾਜੇ ਦੇ ਹੱਥੋਂ ਔਰ ਇਸਰਾਏਲ ਦੇ ਪਾਦਸ਼ਾਹ ਦੇ ਹੱਥੋਂ ਜੋ ਮੇਰੇ ਉੱਤੇ ਚੜ ਆਏ ਹਨ ਬਚਾ। ਅਤੇ ਆਹਾਜ਼ ਨੇ ਉਹ ਚਾਂਦੀ ਔਰ ਉਹ ਸੋਨਾ ਜੋ ਯਹੋਵਾ ਦੇ ਭਵਨ ਔਰ ਪਾਦਸ਼ਾਹ ਦੇ ਮਹਿਲ ਦੀਆਂ ਖਜ਼ਾਨਿਆਂ ਵਿੱਚ ਮਿਲਿਆ ਲੈ ਕੇ ਅਸੂਰ ਦੇ ਪਾਦਸ਼ਾਹ ਨੂੰ ਵੱਡੀ ਕੱਲੀ ਔਰ ਅਸੂਰ ਦੇ ਪਾਦਸ਼ਾਹ ਨੇ ਉਹਦੀ ਮੰਨ ਲਈ ਔਰ ਅਸੂਰ ਦੇ ਪਾਦਸ਼ਾਹ ਨੇ ਦਮਿਸ਼ਕ ਉੱਤੇ ਚੜਾਈ ਕਰਕੇ ਉਹਨੂੰ ਲੈ ਲਿਆ ਔਰ ਉੱਤੋਂ ਦੀਆਂ ਲੋਕਾਂ ਨੂੰ ਅਸੀਰ ਕਰਕੇ ਕੀਰ ਨੂੰ ਲੈ ਗਿਆ ਔਰ ਰਸੀਨ ਨੂੰ ਮਾਰ ਛੱਡਿਆ। ਸੋ ਆਹਾਜ਼ ਪਾਦਸ਼ਾਹ ਦਮਿਸ਼ਕ ਵਿੱਚ ਅਸੂਰ ਦੇ ਪਾਦਸ਼ਾਹ ਦਿਗਲਤ ਪਿਲਸਰ ਨੂੰ ਮਿਲਣ ਲਈ ਗਿਆ ਔਰ ਉਹ ਜਗਵੇਦੀ ਵੇਖੀ ਜੋ ਦਮਿਸ਼ਕ ਵਿੱਚ ਸੀ ਔਰ ਆਹਾਜ਼ ਪਾਦਸ਼ਾਹ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਆ ਜਾਜਕ ਕੋਲ ਕੱਲਿਆ ਅਤੇ ਊਰੀਆ ਜਾਜਕ ਨੇ ਆਹਾਜ਼ ਪਾਦਸ਼ਾਹ ਦੀ ਦਮਿਸ਼ਕ ਤੋਂ ਭੇਜੀ ਹੋਈ ਆਗਿਆ ਅਨੁਸਾਰ ਇੱਕ ਜਗਵੇਦੀ ਬਣਾਈ ਔਰ ਆਹਾਜ਼ ਪਾਦਸ਼ਾਹ ਦੀ ਦਮਿਸ਼ਕ ਤੋਂ ਮੁੜਦਿਆਂ ਤਾਈਂ ਊਰੀਆ ਜਾਜਕ ਨੇ ਉਸ ਨੂੰ ਬਣਾ ਲਿਆ। ਜਦ ਪਾਦਸ਼ਾਹ ਦੀ ਦਮਿਸ਼ਕੋਂ ਮੁੜਿਆ ਤਾਂ ਪਾਦਸ਼ਾਹ ਨੇ ਜਗਵੇਦੀ ਦਿੱਤੀ ਜੋ ਪਾਦਸ਼ਾਹ ਜਗਵੇਦੀ ਦੇ ਨੇੜੇ ਗਿਆ। ਸੋ ਪਾਦਸ਼ਾਹ ਜਗਵੇਦੀ ਦੇ ਨੇੜੇ ਗਿਆ ਔਰ ਉਸ ਦੀ ਉੱਤੇ ਬਲੀ ਚੜਾਈ
ਅਤੇ ਉਹ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਔਰ ਆਪਣੀ ਮੇਵੇ ਦੀ ਭੇਟ ਸਾੜੀ ਔਰ ਆਪਣੀ ਪੀਣ ਦੀ ਭੇਟ ਡੋਲ ਦਿੱਤੀ ਔਰ ਆਪਣੀ ਸੁੱਖ ਸ਼ਾਂਤ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ ਔਰ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾ ਦੇ ਅੱਗੇ ਸੀ ਉਹਨੇ ਹੈਕਲ ਦੇ ਸਾਹਮਣਿਓਂ ਯਹੋਵਾ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ। ਅਤੇ ਆਹਾਜ਼ ਪਾਦਸ਼ਾਹ ਨੇ ਇਹ ਆਖ ਕੇ ਊਰੀਆ ਜਾਜਕ ਨੂੰ ਆਗਿਆ ਦਿੱਤੀ ਭਈ ਸਵੇਰ ਦੀ ਹੋਮ ਬਲੀ ਔਰ ਸੰਝ ਦੀ ਮੇਵੇ ਦੀ ਭੇਟ ਔਰ ਪਾਦਸ਼ਾਹ ਦੀ ਹੋਮ ਬਲੀ ਔਰ ਉਸ ਦੀ ਉਹਦੀ ਮੇਵੇ ਭੇਟ ਔਰ ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਬਲੀ ਔਰ ਉਹਨਾਂ ਦੀ ਮੇਵੇ ਦੀ ਭੇਟ ਔਰ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਵੱਡੀ ਜਗਵੇਦੀ ਤੇ ਚੜਾਇਆ ਕਰ ਔਰ ਹੋਮ ਬਲੀ ਦਾ ਸਾਰਾ ਲਹੂ ਔਰ ਕੁਰਬਾਨੀ ਦਾ ਸਾਰਾ ਲਹੂ ਉਸਦੇ ਉੱਤੇ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛ ਗਿੱਛ ਕਰਨ ਲਈ ਹੋਵੇਗੀ। ਸੋ ਊਰੀਆ ਜਾਜਕ ਨੇ ਆਹਾਜ਼ ਪਾਦਸ਼ਾਹ ਦੀ ਆਗਿਆ ਅਨੁਸਾਰ ਸਭ ਕੁਝ ਕੀਤਾ। ਤਾਂ ਆਹਾਜ਼ ਪਾਦਸ਼ਾਹ ਨੇ ਕੁਰਸੀਆਂ ਦੀਆਂ ਪੜਦੀਆਂ ਨੂੰ ਕੱਟ ਛੱਡਿਆ ਔਰ ਉਹਨਾਂ ਦੇ ਉੱਪਰਲੇ ਹੌਦ ਨੂੰ ਲਾ ਦਿੱਤਾ ਔਰ ਸਾਗਰੀ ਹੌਦ ਨੂੰ ਪਿੱਤਲ ਦੀਆਂ ਬਲਦਾਂ ਉੱਤੋਂ ਜੋ ਉਹਦੇ ਥੱਲੇ ਸਨ ਲਾ ਕੇ ਪੱਥਰਾਂ ਦੇ ਫਰਸ਼ ਉੱਤੇ ਧਰ ਦਿੱਤਾ। ਨਾਲੇ ਉਹਨੇ ਉਹ ਛੱਤਿਆ ਹੋਇਆ ਰਾਹ ਜਿਹਨੂੰ ਉਹਨਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਤੇ ਪਾਦਸ਼ਾਹ ਦੇ ਬਾਹਰਲੇ ਫਾਟਕ ਨੂੰ ਅਸੂਰ ਦੇ ਪਾਦਸ਼ਾਹ ਦੇ ਕਾਰਨ ਯਹੋਵਾ ਦੇ ਭਵਨ ਤੋਂ ਹਟਾ ਦਿੱਤਾ। ਆਹਾਜ਼ ਦੀ ਬਾਕੀ ਵਾਰਤਾ ਔਰ ਜੋ ਕੁਝ ਉਹਨੇ ਕੀਤਾ ਕਿ ਉਹ ਯਹੂਦਾ ਦੀਆਂ ਪਾਦਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ। ਅਤੇ ਆਹਾਜ਼ ਆਪਣੇ ਪਿਓ ਦਾਦਿਆਂ ਨਾਲ ਸੋ ਗਿਆ ਔਰ ਆਪਣੇ ਪਿਓ ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਔਰ ਉਹਦਾ ਪੁੱਤਰ ਹਿਜਕਿਯਾ ਉਹਦੇ ਤਾਂ ਰਾਜ ਕਰਨ ਲੱਗਾ। ਦੂਸਰੀ ਰਾਜਿਆਂ ਦੀ ਪੋਥੀ ਅਧਿਆਇ 17। ਯਹੂਦਾ ਦੇ ਪਾਦਸ਼ਾਹ ਆਹਾਜ਼ ਦੇ 12ਵੇਂ ਵਰੇ ਏਲਾ ਦਾ ਪੁੱਤਰ ਹੋਸ਼ੇਆ ਸਾਮਰੀਆ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਔਰ ਉਸਨੇ 9 ਵਰੇ ਰਾਜ ਕੀਤਾ। ਅਤੇ ਉਸਨੇ ਉਹ ਕੰਮ ਕੀਤਾ ਜੋ ਯਹੋਵਾ ਦੀ ਨਿਗਾਹ ਵਿੱਚ ਭੈੜਾ ਸੀ, ਪਰ ਇਸਰਾਏਲ ਦੀਆਂ ਉਹਨਾਂ ਪਾਦਸ਼ਾਹਾਂ ਵਾਂਗੂ ਨਹੀਂ ਜੋ ਉਸ ਤੋਂ ਪਹਿਲਾਂ ਸਨ। ਅਸੂਰ ਦੇ ਪਾਦਸ਼ਾਹ ਸਲਮਨਸਰ ਨੇ ਉਸ ਦੇ ਉੱਤੇ ਚੜਾਈ ਕੀਤੀ। ਹੋਸ਼ੇਆ ਉਹਦਾ ਦਾਸ ਹੋ ਗਿਆ ਔਰ ਉਹਨੂੰ ਨਜ਼ਰ ਕੀਤੀ। ਤਦ ਅਸੂਰ ਦੇ ਪਾਦਸ਼ਾਹ ਨੇ ਹੋਸ਼ੇਆ ਦਾ ਚਾਲਾ ਬੁੱਝ ਲਿਆ, ਕਿਉਂ ਜੋ ਉਸਨੇ ਮਿਸਰ ਦੇ ਪਾਦਸ਼ਾਹ ਦੇ ਕੋਲ ਦੂਤ ਕੱਲੇ ਸਨ ਔਰ ਅਸੂਰ ਦੇ ਪਾਦਸ਼ਾਹ ਕੋਲ ਉਹ ਨਜ਼ਰ ਲੈ ਕੇ ਨਾ ਗਿਆ ਜਿਹੜੀ ਉਹ ਸਾਲ ਦੇ ਸਾਲ ਲੈ ਜਾਂਦਾ ਹੁੰਦਾ ਸੀ। ਇਸ ਕਰਕੇ ਅਸੂਰ ਦੇ ਪਾਦਸ਼ਾਹ ਨੇ ਉਸ ਨੂੰ ਬੰਦ ਕਰ ਲਿਆ ਔਰ ਬੰਨ ਕੇ ਬੰਦੀਖਾਨੇ ਵਿੱਚ ਪਾ ਦਿੱਤਾ। ਤਾਂ ਅਸੂਰ ਦੇ ਪਾਦਸ਼ਾਹ ਨੇ ਸਾਰੇ ਦੇਸ਼ ਉੱਤੇ ਚੜਾਈ ਕੀਤੀ ਔਰ ਸਾਮਰੀਆ ਉੱਤੇ ਚੜਾਈ ਕਰਕੇ 3 ਵਰੇ ਉਹਨੂੰ ਘੇਰੀ ਰੱਖਿਆ। ਅਤੇ ਹੋਸ਼ੇਆ ਦੇ 9ਵੇਂ ਵਰੇ ਅਸੂਰ ਦੇ ਪਾਦਸ਼ਾਹ ਨੇ ਸਾਮਰੀਆ ਨੂੰ ਲੈ ਲਿਆ ਔਰ ਇਸਰਾਏਲ ਨੂੰ ਅਸੀਰ ਕਰਕੇ ਅਸੂਰ ਨੂੰ ਲੈ ਗਿਆ ਔਰ ਉਹਨਾਂ ਨੂੰ ਹਲਾ ਵਿੱਚ ਤੇ ਕੋਜਾਨ ਦੀ ਨਦੀ ਹਾਬੋਰ ਦੇ ਵਿੱਚ ਔਰ ਮਾਦੀਆਂ ਦੇ ਸ਼ਹਿਰਾਂ ਵਿੱਚ ਵਸਾ ਦਿੱਤਾ। ਇਹਦਾ ਕਾਰਨ ਇਹ ਸੀ ਕਿ ਇਸਰਾਏਲ ਨੇ ਯਹੋਵਾ ਆਪਣੇ ਪਰਮੇਸ਼ਰ ਦੇ ਵਿਰੁੱਧ ਜੋ ਉਹਨਾਂ ਨੂੰ ਮਿਸਰ ਦੇ ਦੇਸ਼ੋਂ ਔਰ ਮਿਸਰ ਦੇ ਪਾਦਸ਼ਾਹ ਫਿਰੌਨ ਦੇ ਹੱਥੋਂ ਕੱਢ ਕੇ ਲਿਆਇਆ ਸੀ, ਪਾਪ ਕੀਤਾ ਔਰ ਪਰਾਏ ਦੇਵਤਿਆਂ ਦਾ ਭੈ ਮੰਨਿਆ। ਅਤੇ ਜਿਨ੍ਹਾਂ ਕੌਮਾਂ ਨੂੰ ਯਹੋਵਾ ਨੇ ਇਸਰਾਏਲੀਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ, ਉਹਨਾਂ ਦੀਆਂ ਔਰ ਇਸਰਾਏਲ ਦੇ ਪਾਦਸ਼ਾਹਾਂ ਦੀਆਂ ਬਣਾਈਆਂ ਹੋਈਆਂ ਵਿਧੀਆਂ ਉੱਤੇ ਚੱਲਦੇ ਸਨ। ਅਤੇ ਇਸਰਾਏਲੀਆਂ ਨੇ ਗੁੱਜੇ ਯਹੋਵਾ ਆਪਣੇ ਪਰਮੇਸ਼ਰ ਦੇ ਵਿਰੁੱਧ
ਉਹ ਕੰਮ ਕੀਤੇ ਜੋ ਚੰਗੇ ਨਹੀਂ ਸਨ ਅਤੇ ਉਹਨਾਂ ਨੇ ਪਹਿਰੇਦਾਰਾਂ ਦੇ ਗੁਮਟ ਤੋਂ ਲੈ ਕੇ ਗੜ ਵਾਲੇ ਸ਼ਹਿਰ ਤਾਈਂ ਆਪਣੀਆਂ ਸਾਰੀਆਂ ਸ਼ਹਿਰਾਂ ਵਿੱਚ ਉੱਚੇ ਤਾਂ ਬਣਾ ਲਏ ਅਤੇ ਉਹਨਾਂ ਨੇ ਹਰ ਉੱਚੇ ਟਿੱਲੇ ਉੱਤੇ ਹਰੇਕ ਹਰੇ ਰੁੱਖ ਦੇ ਹੇਠਾਂ ਆਪਣੇ ਲਈ ਕੰਮ ਢੁੰਡ ਖੜੇ ਕਰ ਲਏ ਅਤੇ ਉੱਤੇ ਸਾਰੀਆਂ ਉੱਚੀਆਂ ਥਾਵਾਂ ਦੇ ਉੱਤੇ ਉਹਨਾਂ ਕੌਮਾਂ ਵਾਂਗੂ ਜਿਨ੍ਹਾਂ ਨੂੰ ਯਹੋਵਾ ਨੇ ਉਹਨਾਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਧੂਪ ਧੁਖਾਈ ਅਤੇ ਯਹੋਵਾ ਦੇ ਕ੍ਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ ਜੋ ਭੈੜੇ ਸਨ ਅਤੇ ਬੁੱਤਾਂ ਦੀ ਪੂਜਾ ਕੀਤੀ ਜਿਹਦੇ ਵਿੱਚ ਯਹੋਵਾ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਇਹ ਕੰਮ ਨਾ ਕਰਿਓ ਅਤੇ ਯਹੋਵਾ ਸਾਰੇ ਨਬੀਆਂ ਔਰ ਸਾਰੇ ਗੈਬ ਬਿਨਾਂ ਦੇ ਰਾਹੀਂ ਇਹ ਕਹਿ ਕੇ ਇਸਰਾਏਲੀਆਂ ਤੇ ਯਹੂਦਾ ਨੂੰ ਚਿਤਾਰਦਾ ਰਿਹਾ ਭਈ ਆਪਣੀਆਂ ਭੈੜੀਆਂ ਰਾਹਾਂ ਤੋਂ ਮੁੜੋ ਅਤੇ ਉਹ ਸਾਰੀ ਵਿਵਸਥਾ ਦੇ ਅਨੁਸਾਰ ਜਿਸ ਦੀ ਆਗਿਆ ਮੈਂ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਔਰ ਜਿਹਨੂੰ ਮੈਂ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਤੁਹਾਡੇ ਕੋਲ ਕੱਲਿਆ ਮੇਰੀਆਂ ਹੁਕਮਾਂ ਤੇ ਵਿਧੀਆਂ ਨੂੰ ਮੰਨੋ ਤਾਂ ਵੀ ਉਹਨਾਂ ਨੇ ਕੰਨ ਨਾ ਲਾਇਆ ਸਗੋਂ ਆਪਣੇ ਪਿਓ ਦਾਦਿਆਂ ਵਾਂਗੂ ਜਿਨ੍ਹਾਂ ਯਹੋਵਾ ਆਪਣੇ ਪਰਮੇਸ਼ਰ ਤੇ ਨੇਚਾ ਨਾ ਕੀਤੇ ਟੀਟ ਹੋ ਗਏ ਪਰ ਉਹਦੀਆਂ ਵਿਧੀਆਂ ਨੂੰ ਅਤੇ ਉਹਦੇ ਉਸ ਨੇਮ ਨੂੰ ਜੋ ਉਸਨੇ ਉਹਨਾਂ ਦੇ ਪਿਓ ਦਾਦਿਆਂ ਨਾਲ ਬੱਧਾ ਸੀ ਅਤੇ ਉਹਦੀਆਂ ਸਾਖੀਆਂ ਨੂੰ ਜੋ ਉਸਨੇ ਉਹਨਾਂ ਨੂੰ ਸੰਭਾਲੀਆਂ ਸਨ ਉਹਨਾਂ ਨੇ ਰੱਦੀਆਂ ਔਰ ਨਿਕਮੀਆਂ ਵਸਤੂਆਂ ਦੇ ਪਿੱਛੇ ਲੱਗ ਕੇ ਨਿਕੰਮੇ ਹੋ ਗਏ ਔਰ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਜਿਨ੍ਹਾਂ ਦੇ ਵਿੱਚ ਯਹੋਵਾ ਨੇ ਉਹਨਾਂ ਨੂੰ ਪੱਕੀ ਕੀਤੀ ਸੀ ਭਈ ਉਹਨਾਂ ਵਾਂਗੂ ਕੰਮ ਨਾ ਕਰਨ ਪਰ ਉਹਨਾਂ ਨੇ ਯਹੋਵਾ ਆਪਣੇ ਪਰਮੇਸ਼ਰ ਦੀਆਂ ਸਾਰੀਆਂ ਹੁਕਮਾਂ ਨੂੰ ਤੱਜ ਕੇ ਆਪਣੇ ਲਈ ਟਾਲੀਆਂ ਹੋਈਆਂ ਮੂਰਤਾਂ ਅਰਥਾਤ 2 ਬੱਚੇ ਬਣਾਏ ਔਰ ਇੱਕ ਢੁੰਡ ਤਿਆਰ ਕੀਤਾ ਅਤੇ ਆਕਾਸ਼ ਦੀ ਸਾਰੀ ਸੈਨਾ ਨੂੰ ਮੱਥਾ ਟੇਕਿਆ ਅਤੇ ਬਾਲ ਦੀ ਪੂਜਾ ਕੀਤੀ ਅਤੇ ਆਪਣੇ ਪੁੱਤਰਾਂ ਔਰ ਆਪਣੀਆਂ ਧੀਆਂ ਨੂੰ ਅੱਗ ਵਿੱਚ ਦੀ ਲੰਘਾਇਆ ਅਤੇ ਪੁੱਛ ਪਵਾਣ ਤੋਂ ਤੇ ਜਾਦੂਗਰੀ ਤੋਂ ਕੰਮ ਲਿਆ ਔਰ ਆਪਣੇ ਆਪ ਉਹਨਾਂ ਕੰਮਾਂ ਲਈ ਵਿਕ ਗਏ ਜੋ ਯਹੋਵਾ ਦੀ ਨਿਗਾਹ ਵਿੱਚ ਬੁਰੇ ਸਨ ਅਤੇ ਉਹਦੇ ਕ੍ਰੋਧ ਨੂੰ ਭੜਕਾਇਆ ਸੋ ਯਹੋਵਾ ਇਸਰਾਏਲ ਉੱਤੇ ਅਤ ਕ੍ਰੋਧਵਾਨ ਹੋਇਆ ਅਤੇ ਉਹਨਾਂ ਨੂੰ ਆਪਣੇ ਅੱਗਿਓਂ ਦੂਰ ਕਰ ਦਿੱਤਾ ਯਹੂਦਾ ਦੇ ਗੋਤ ਤੋਂ ਬਿਨਾਂ ਕੋਈ ਨਾ ਛੁੱਟਿਆ ਯਹੂਦਾ ਨੇ ਯਹੋਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਨੂੰ ਨਾ ਮੰਨਿਆ ਪਰ ਉਹ ਉਹਨਾਂ ਵਿਧੀਆਂ ਤੇ ਚੱਲਦੇ ਰਹੇ ਜੋ ਇਸਰਾਏਲ ਨੇ ਬਣਾਇਆ ਸਨ ਇਸ ਲਈ ਯਹੋਵਾ ਨੇ ਇਸਰਾਏਲ ਦੀ ਸਾਰੀ ਵੰਸ਼ ਨੂੰ ਰੱਦਿਆ ਔਰ ਉਹਨਾਂ ਨੂੰ ਨੀਵੀਆਂ ਕੀਤਾ ਔਰ ਉਹਨਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਕੇ ਅੰਤ ਨੂੰ ਆਪਣੇ ਅੱਗਿਓਂ ਉਹਨਾਂ ਨੂੰ ਦੂਰ ਕਰ ਛੱਡਿਆ ਕਿਉਂ ਜੋ ਉਸ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਵੱਖਰਾ ਕਰ ਦਿੱਤਾ ਔਰ ਉਹਨਾਂ ਨੇ ਨਾਬਾਟ ਦੇ ਪੁੱਤਰ ਯਰੋਬੋਆਮ ਨੂੰ ਬਾਦਸ਼ਾਹ ਬਣਾ ਦਿੱਤਾ ਤੇ ਯਰੋਬੋਆਮ ਨੇ ਇਸਰਾਏਲ ਨੂੰ ਯਹੋਵਾ ਦੇ ਪਿੱਛੇ ਤੁਰਨੋਂ ਹਟਾ ਕੇ ਉਹਨਾਂ ਤੋਂ ਵੱਡਾ ਪਾਪ ਕਰਾਇਆ ਅਤੇ ਇਸਰਾਏਲੀ ਉਹਨਾਂ ਸਾਰੀਆਂ ਪਾਪਾਂ ਵਿੱਚ ਤੁਰਦੇ ਰਹੇ ਜੋ ਯਰੋਬੋਆਮ ਨੇ ਕੀਤੇ ਸਨ ਔਰ ਉਹਨਾਂ ਨੇ ਉਹਨਾਂ ਨੂੰ ਨਾ ਤਜਿਆ ਇਤੋਂ ਤਾਈ ਪਈ ਯਹੋਵਾ ਨੇ ਇਸਰਾਏਲ ਨੂੰ ਆਪਣੇ ਅੱਗਿਓਂ ਹਟਾ ਦਿੱਤਾ ਜਿਵੇਂ ਉਸਨੇ ਆਪਣੇ ਸਾਰੇ ਦਾਸਾਂ ਨਬੀਆਂ ਦੇ ਰਾਹੀਂ ਆਖਿਆ ਸੀ ਸੋ ਇਸਰਾਏਲ ਆਪਣੀ ਧਰਤੀ ਤੋਂ ਕੱਢ ਕੇ ਅਸੂਰ ਵਿੱਚ ਪਹੁੰਚਾਇਆ ਗਿਆ ਜਿੱਥੇ ਉਹ ਅੱਜ ਦੇ ਦਿਨ ਤਾਈਂ ਹੈ ਅਸੂਰ ਦੇ ਬਾਦਸ਼ਾਹ ਨੇ ਬਾਬਲ ਔਰ ਕੂਤਾ ਔਰ ਅਵਾ ਔਰ ਮਾਤ ਔਰ ਸਫਰਵਈਮ ਦੀਆਂ ਲੋਕਾਂ ਨੂੰ ਲਿਆ ਕੇ ਸਾਮਰੀਆ ਵਿੱਚ ਇਸਰਾਏਲੀਆਂ ਦੇ ਤਾਂ ਵਸਾਇਆ ਸੋ ਉਹਨਾਂ ਨੇ ਸਮਾਰੀਆ ਨੂੰ ਮੁੱਲ ਲਿਆ ਤੇ ਉਹਦੀਆਂ ਸ਼ਹਿਰਾਂ ਵਿੱਚ ਵਸ ਗਏ ਤਾਂ ਯੋ ਹੋਇਆ ਭਈ ਜਦ ਉਹ ਪਹਿਲੇ ਉੱਤੇ ਵਸੇ ਤਾਂ ਉਹ ਯਹੋਵਾ ਦਾ ਪੈਰ ਨਹੀਂ ਮੰਨਦੇ ਸਨ ਇਸ ਲਈ ਯਹੋਵਾ ਨੇ ਉਹਨਾਂ ਵਿੱਚ ਸੀ ਕੱਲੇ ਜਿਨ੍ਹਾਂ ਨੇ ਉਹਨਾਂ ਵਿੱਚੋਂ ਕਈਆਂ ਨੂੰ ਮਾਰਿਆ
ਇਸ ਲਈ ਉਹਨਾਂ ਨੇ ਅਸੂਰ ਦੇ ਪਾਦਸ਼ਾਹ ਨੂੰ ਇਹ ਆਖਿਆ ਕਿ ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾ ਕੇ ਸਾਮਰੀਆ ਵਿੱਚ ਵਸਾਇਆ ਹੈ ਉਹ ਉਸ ਦੇਸ਼ ਦੇ ਪਰਮੇਸ਼ਰ ਦੀ ਰੀਤ ਨੂੰ ਨਹੀਂ ਜਾਣਦੀਆਂ। ਇਸ ਲਈ ਉਹਨੇ ਉਹਨਾਂ ਦੇ ਵਿੱਚ ਸੀ ਕੱਲੇ ਹਨ ਔਰ ਵੇਖੋ ਉਹ ਉਹਨਾਂ ਨੂੰ ਪਾੜਦੇ ਹਨ ਕਿਉਂ ਜੋ ਉਹ ਉਸ ਦੇਸ਼ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ। ਤਦ ਅਸੂਰ ਦੇ ਪਾਦਸ਼ਾਹ ਨੇ ਆਗਿਆ ਦਿੱਤੀ ਕਿ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਉੱਤੇ ਅਸੀਰ ਕਰਕੇ ਲੈ ਆਏ ਹੋ ਉਹਨਾਂ ਵਿੱਚੋਂ ਇੱਕ ਨੂੰ ਉੱਤੋਂ ਲੈ ਜਾਓ ਭਈ ਉਹ ਉੱਤੇ ਜਾ ਕੇ ਵਸੇ ਔਰ ਉਹਨਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ। ਤਦ ਉਹਨਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਉਹ ਸਾਮਰੀਆ ਵਿੱਚ ਅਸੀਰ ਕਰਕੇ ਲਿਆਏ ਸਨ ਇੱਕ ਜਣਾ ਆ ਕੇ ਬੇਤੇਲ ਵਿੱਚ ਰਹਿਣ ਲੱਗਾ ਔਰ ਉਹ ਉਹਨਾਂ ਨੂੰ ਸਿਖਾਉਣ ਲੱਗ ਪਿਆ ਭਈ ਉਹਨਾਂ ਨੂੰ ਕਿਵੇਂ ਯਹੋਵਾ ਦਾ ਭੈ ਮੰਨਣਾ ਚਾਹੀਦਾ ਹੈ। ਤਾਂ ਵੀ ਸਾਰੀਆਂ ਕੌਮਾਂ ਨੇ ਵੱਖੋ ਵੱਖ ਆਪਣੇ ਦੇਵਤੇ ਬਣਾਏ ਅਤੇ ਉਹਨਾਂ ਸ਼ਹਿਰਾਂ ਵਿੱਚ ਜਿੱਥੇ ਵਸ ਗਏ ਸਨ ਹਰ ਕੌਮ ਨੇ ਸਾਮਰੀਆ ਦੀਆਂ ਬਣਾਈਆਂ ਹੋਈਆਂ ਉੱਚੀਆਂ ਤਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ। ਸੋ ਬਾਬਲ ਦੀਆਂ ਮਨਕਾਂ ਨੇ ਸੁਕੋਤ ਬਨੋਤ ਨੂੰ ਬਣਾਇਆ ਔਰ ਪੂਤ ਦੀਆਂ ਮਨਕਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਤ ਦੀਆਂ ਮਨਕਾਂ ਨੇ ਅਸੀਮਾ ਨੂੰ ਬਣਾਇਆ ਅਤੇ ਅਵਿਆ ਨੇ ਨਿਬਜ ਔਰ ਦਰਤਾਕੂ ਨੂੰ ਬਣਾਇਆ ਔਰ ਸਫਰਬੀਆ ਨੇ ਆਪਣੇ ਪੁੱਤਰਾਂ ਨੂੰ ਅੰਦਰ ਮਲਕ ਔਰ ਅਨਮਲਕ ਦੇ ਲਈ ਜੋ ਸਫਰਵਈਮ ਦੇ ਦੇਵਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ। ਜਿਸ ਤਰ੍ਹਾਂ ਉਹ ਯਹੋਵਾ ਦਾ ਭੈ ਮੰਨਣ ਵਾਲੇ ਤਾਂ ਹੋ ਗਏ ਪਰ ਨਾਲ ਹੀ ਆਪਣੇ ਲਈ ਉੱਚੀਆਂ ਤਾਵਾਂ ਦੇ ਜਾਜਕ ਵੀ ਆਪਣੇ ਵਿੱਚੋਂ ਬਣਾ ਲਏ ਜੋ ਉਹਨਾਂ ਦੇ ਲਈ ਉੱਚੀਆਂ ਤਾਵਾਂ ਦੇ ਮੰਦਰਾਂ ਵਿੱਚ ਬੇਟਾ ਚੜਾਉਂਦੇ ਹੁੰਦੇ ਸਨ। ਉਹ ਯਹੋਵਾ ਦਾ ਭੈ ਮੰਨਦੇ ਸਨ ਪਰ ਨਾਲ ਹੀ ਉਹਨਾਂ ਕੌਮਾਂ ਦੀ ਰੀਤ ਅਨੁਸਾਰ ਜਿਨ੍ਹਾਂ ਵਿੱਚੋਂ ਉਹ ਕੱਢ ਕੇ ਲਿਆਂਦੇ ਗਏ ਸਨ ਆਪਣੇ ਦੇਵਤਿਆਂ ਦੀ ਪੂਜਾ ਵੀ ਕਰਦੇ ਹੁੰਦੇ ਸਨ। ਅੱਜ ਦੇ ਦਿਨ ਤਾਈਂ ਉਹ ਪਹਿਲੀਆਂ ਰੀਤਾਂ ਦੇ ਅਨੁਸਾਰ ਕਰਦੇ ਹਨ। ਉਹ ਯਹੋਵਾ ਦਾ ਭੈ ਨਹੀਂ ਮੰਨਦੇ ਨਾ ਉਹ ਉਹਨਾਂ ਦੀਆਂ ਵਿਧੀਆਂ ਜਾਂ ਰੀਤਾਂ ਅਨੁਸਾਰ ਕਰਦੇ ਹਨ ਅਤੇ ਨਾ ਉਸ ਵਿਵਸਥਾ ਔਰ ਹੁਕਮ ਅਨੁਸਾਰ ਜਿਹਦਾ ਹੁਕਮ ਯਹੋਵਾ ਨੇ ਯਾਕੂਬ ਦੀ ਸੰਤਾਨ ਨੂੰ ਦਿੱਤਾ ਜਿਹਦਾ ਨਾਂ ਉਹਨੇ ਇਸਰਾਏਲ ਰੱਖਿਆ ਸੀ ਜਿਨ੍ਹਾਂ ਨਾਲ ਯਹੋਵਾ ਨੇ ਨੇਮ ਬੱਧਾ ਔਰ ਇਹ ਹੁਕਮ ਕੀਤਾ ਭਈ ਤੁਸੀਂ ਪਰਾਇਆ ਦੇਵਤਿਆਂ ਦਾ ਭੈ ਨਾ ਮੰਨਿਓ ਨਾ ਉਹਨਾਂ ਅੱਗੇ ਮੱਥਾ ਟੇਕਿਓ ਨਾ ਉਹਨਾਂ ਦੀ ਪੂਜਾ ਕਰਿਓ ਤੇ ਨਾ ਉਹਨਾਂ ਅੱਗੇ ਬਲੀ ਚੜਾਈਓ ਪਰ ਯਹੋਵਾ ਜੋ ਵੱਡੇ ਬਲ ਔਰ ਪਸਾਰੀ ਹੋਈ ਬਾਹ ਨਾਲ ਤੁਹਾਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢ ਲਿਆਇਆ ਕੇਵਲ ਉਸੇ ਦਾ ਭੈ ਮੰਨੋ ਔਰ ਉਸੇ ਨੂੰ ਤੁਸੀਂ ਮੱਥਾ ਟੇਕੋ ਅਤੇ ਉਸੇ ਦੇ ਅੱਗੇ ਤੁਸੀਂ ਬਲੀ ਚੜਾਈਓ ਅਤੇ ਜੋ ਵਿਧੀਆਂ ਔਰ ਆਗਿਆਵਾਂ ਔਰ ਵਿਵਸਥਾ ਔਰ ਹੁਕਮਾਨਾ ਉਸਨੇ ਤੁਹਾਡੇ ਲਈ ਲਿਖੇ ਉਹਨਾਂ ਨੂੰ ਸਦਾ ਪੱਕਾ ਕਰਕੇ ਮੰਨਿਓ ਔਰ ਪਰਾਏ ਦੇਵਤਿਆਂ ਦਾ ਭੈ ਨਾ ਮੰਨਿਓ ਜਿਹੜਾ ਨੇਮ ਮੈਂ ਤੁਹਾਡੇ ਨਾਲ ਬੰਨਿਆ ਹੈ। ਤੁਸੀਂ ਨਾ ਭੁੱਲਣਾ ਨਾ ਪਰਾਇਆ ਦੇਵਤਿਆਂ ਦਾ ਭੈ ਤੁਸੀਂ ਮੰਨਣਾ ਪਰ ਯਹੋਵਾ ਆਪਣੇ ਪਰਮੇਸ਼ਰ ਦਾ ਭੈ ਮੰਨਿਓ ਤਦ ਉਹ ਤੁਹਾਨੂੰ ਤੁਹਾਡੇ ਸਾਰੇ ਵੇਰਿਆਂ ਦੇ ਹੱਥੋਂ ਛੁਡਾਵੇਗਾ। ਪਰ ਉਹਨਾਂ ਨੇ ਨਾ ਸੁਣਿਆ ਸਗੋਂ ਆਪਣੀ ਪਹਿਲੀ ਰੀਤ ਅਨੁਸਾਰ ਕਰਦੇ ਰਹੇ। ਇਸ ਤਰ੍ਹਾਂ ਉਹ ਕੌਮਾਂ ਯਹੋਵਾ ਦਾ ਭੈ ਵੀ ਮੰਨਦੀਆਂ ਸਨ ਤੇ ਨਾਲੇ ਆਪਣੀਆਂ ਕੜੀਆਂ ਹੋਈਆਂ ਮੂਰਤਾਂ ਦੀ ਪੂਜਾ ਵੀ ਕਰਦੀਆਂ ਸਨ ਅਤੇ ਜਿਵੇਂ ਯਹੂਦਾ ਦੇ ਬੇਟਾ ਚੜਾਉਂਦੇ ਸਨ ਹੋਵੇ ਉਹਨਾਂ ਦੇ ਪੁੱਤਰ ਪੋਤੇ ਵੀ ਅੱਜ ਦੇ ਦਿਨ ਤਾਈਂ ਚੜਾਉਂਦੇ ਹਨ। ਯੂਹੰਨਾ ਦੀ ਇੰਜੀਲ ਅਧਿਆਇ 11 ਮਰੀਅਮ ਔਰ ਉਹਦੀ ਭੈਣ ਮਾਰਤਾ ਦੀ ਨਗਰੀ ਬੇਤਾਨੀਆ ਦਾ ਨਾਜ਼ਰ ਨਾਮੇ ਇੱਕ ਮਨੁੱਖ ਬਿਮਾਰ ਸੀ। ਇਹ ਉਹ ਮਰੀਅਮ ਸੀ ਜਿਹਨੂੰ ਪ੍ਰਭੂ ਨੂੰ ਅਤਰ ਮਲਿਆ ਔਰ ਆਪਣੀਆਂ ਵਾਲਾਂ ਨਾਲ ਉਹਦੇ ਚਰਨ ਪਹੁੰਚੇ ਸਨ। ਉਸੇ ਦਾ ਭਰਾ ਲਾਜ਼ਰ ਬਿਮਾਰ ਸੀ। ਇਸ ਲਈ ਦੋਹਾਂ ਭੈਣਾਂ ਨੇ ਉਹਨੂੰ ਕਿਹਾ ਭੇਜਿਆ ਕਿ ਪ੍ਰਭੂ ਜੀ ਵੇਖ ਜਿਸ ਨਾਲ ਤੂੰ ਹਿੱਤ
करदा है सो बीमार है। यीशु ने सुन के कहा, ये बीमारी मौत दी नहीं सगों परमेश्वर दी वडियाई दे निमित्त है, जो इस तो परमेश्वर दी पुत्र दी वडियाई होवे। यीशु मार्था नूं अते ओदी भैन और लाजर नूं प्यार करदा सी। सो जां उसने सुनिया पई वो बीमार है तां वो जिते सी उस वेले 2 दिन उत्ते ही रहा। तद एदे पिछे उसने चेलियां नूं आखिया, आओ असी फिर यहूदियां नूं चलीए। चेलियां ने उसनूं आखिया, स्वामी जी, यहूदी तेनू हुणे पतरा करन चाहुंदे हन अते तू फिर उत्ते जांदा है। यीशु ने उत्तर दिता कि दिन पर दे 12 घंटे नहीं हन। जो कोई दिन नूं तुरे तां वो ठोकर नहीं खांदा, क्यों जो वो इस जगत दा चानन वेखदा है। पर जे कोई रात नूं तुरे तां ठोकर खांदा है, क्यों जो ओदे विच चानन नहीं है। उसने ये गल्लां आखियां अते ਇਹਦੇ ਮਗਰੋਂ ਉਹਨਾਂ ਨੂੰ ਕਿਹਾ ਕਿ ਸਾਡਾ ਮਿੱਤਰ ਲਾਜ਼ਰ ਸੌ ਗਿਆ ਹੈ, ਪਰ ਮੈਂ ਜਾਂਦਾ ਹਾਂ ਭਈ ਉਹਨੂੰ ਜਗਾਵਾਂ। ਉਪਰੰਤ ਚੇਲਿਆਂ ਨੇ ਉਸਨੂੰ ਆਖਿਆ, ਪ੍ਰਭੂ ਜੀ, ਜੇ ਉਹ ਸੌ ਗਿਆ ਹੈ ਤਾਂ ਬਚ ਜਾਊ। ਯਿਸੂ ਨੇ ਤਾਂ ਉਹਦੀ ਮੌਤ ਦੀ ਗੱਲ ਕੀਤੀ ਸੀ, ਪਰ ਉਹ ਸਮਝੇ ਜੇ ਉਹਨੇ ਨੀਂਦ ਦੇ ਆਰਾਮ ਦੀ ਗੱਲ ਆਖੀ ਹੈ। ਉਪਰੰਤ ਯਿਸੂ ਨੇ ਉਹਨਾਂ ਨੂੰ ਸਾਫ਼-ਸਾਫ਼ ਆਖ ਦਿੱਤਾ, ਜੋ ਲਾਜ਼ਰ ਮਰ ਗਿਆ ਹੈ ਅਤੇ ਮੈਂ ਤੁਹਾਡੇ ਖਾਤਰ ਪ੍ਰਸੰਨ ਹਾਂ, ਜੋ ਮੈਂ ਉੱਤੇ ਨਾ ਸਾਂ ਤਾਂ ਜੋ ਤੁਸੀਂ ਨੇਚਾ ਕਰੋ, ਪਰ ਆਓ ਉਸ ਕੋਲ ਚੱਲੀਏ। ਤਾਂ ਤੋਮਾ ਨੇ, ਜਿਹੜਾ ਦਿਦਿਮੁਸ ਕਰਕੇ ਸੱਦੀਦਾ ਹੈ, ਆਪਣੇ ਕੁਰਪਾਈਆਂ ਨੂੰ ਕਿਹਾ, ਆਵੋ ਅਸੀਂ ਵੀ ਚੱਲੀਏ ਭਈ ਉਹਦੇ ਨਾਲ ਮਰੀਏ। ਫਿਰ ਯਿਸੂ ਨੇ ਆਣ ਕੇ ਮਾਲੂਮ ਕੀਤਾ ਜੋ ਉਹਨੂੰ ਕਬਰ ਵਿੱਚ ਪਏ 4 ਦਿਨ ਹੋ ਚੁੱਕੇ ਹਨ। ਬੈਥਾਨੀਆ ਯਰੂਸ਼ਲਮ ਦੇ ਨੇੜੇ ਕੋਹੁਕ ਵਾਟੋ ਸੀ ਔਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਦੇ ਕੋਲ ਆਏ ਹੋਏ ਸਨ, ਜੋ ਉਹਨਾਂ ਦੇ ਭਰਾ ਦੇ ਵਿਖੇ ਉਹਨਾਂ ਦਾ ਮਨ ਤਰਾਵਾ ਕਰਨ। ਉਪਰੰਤ ਮਾਰਥਾ ਨੇ ਜਾਂ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰੀਅਮ ਘਰ ਵਿੱਚ ਬੈਠੀ ਰਹੀ। ਤਦ ਮਾਰਥਾ ਨੇ ਯਿਸੂ ਨੂੰ ਆਖਿਆ, ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਅਤੇ ਮੈਂ ਹੁਣ ਵੀ ਜਾਣਦੀ ਹਾਂ ਭਈ ਜੋ ਕੁਝ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦਿਓ। ਯਿਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਾਰਥਾ ਨੇ ਉਸਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੇਗਾ। ਯਿਸੂ ਨੇ ਉਹਨੂੰ ਕਿਹਾ, ਕਿਆਮਤ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਨੇਚਾ ਕਰਦਾ ਹੈ, ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਔਰ ਮੇਰੇ ਉੱਤੇ ਨੇਚਾ ਕਰਦਾ ਹੈ, ਸੋ ਸਦੀਵ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ? ਉਹਨੇ ਉਸਨੂੰ ਆਖਿਆ, ਹਾਂ ਪ੍ਰਭੂ, ਮੈਂ ਪ੍ਰਤੀਤ ਕਰਦੀ ਹੈ ਜੋ ਤੂੰ ਹੀ ਮਸੀਹ ਹੈ, ਪਰਮੇਸ਼ਰ ਦਾ ਪੁੱਤਰ, ਜਿਹੜਾ ਜਗਤ ਵਿੱਚ ਆਉਣ ਵਾਲਾ ਹੈ। ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰੀਅਮ ਨੂੰ ਚੁੱਪ ਕੀਤੀ ਸੱਦ ਕੇ ਬੋਲੀ, ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸੱਦਦਾ ਹੈ। ਜਾਂ ਉਹਨੇ ਇਹ ਗੱਲ ਸੁਣੀ ਤਾਂ ਝਟ ਉੱਠ ਕੇ ਉਹਦੇ ਕੋਲ ਗਈ। ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ, ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸਨੂੰ ਮਿਲੀ ਸੀ। ਪਰ ਉਹ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮਨ ਤਰਾਉਂਦੇ ਸਨ, ਜਾਂ ਮਰੀਅਮ ਨੂੰ ਵੇਖਿਆ ਜੋ ਉਹ ਛੇਤੀ ਨਾਲ ਉੱਠ ਕੇ ਬਾਹਰ ਨੂੰ ਚਲੀ ਗਈ ਹੈ, ਤਾਂ ਇਹ ਸਮਝ ਕੇ ਭਈ ਉਹ ਕਬਰ ਉੱਤੇ ਰੋਣ ਜਾਂਦੀ ਹੈ, ਉਹਦੇ ਮਗਰ ਹੋ ਤੁਰੇ। ਸੋ ਜਾਂ ਮਰੀਅਮ ਉਸ ਥਾਂ ਆਈ ਜਿੱਥੇ ਯਿਸੂ ਸੀ, ਤਾਂ ਉਸ ਨੂੰ ਵੇਖ ਕੇ ਉਸਦੇ ਪੈਰੀ ਪਈ ਅਤੇ ਉਸ ਨੂੰ ਆਖਿਆ, ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਉਪਰੰਤ ਜਾਂ ਯਿਸੂ ਨੇ ਉਹਨੂੰ ਰੋਂਦਿਆਂ ਅਤੇ ਉਹਨਾਂ ਯਹੂਦੀਆਂ ਨੂੰ ਵੀ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ, ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ ਔਰ ਆਖਿਆ, ਤੁਸੀਂ ਉਹਨੂੰ ਕਿੱਥੇ ਰੱਖਿਆ ਹੈ? ਉਹਨਾਂ ਉਸਨੂੰ ਆਖਿਆ, ਪ੍ਰਭੂ ਜੀ, ਆ ਵੇਖ। ਯਿਸੂ ਰੋਇਆ। ਇਸ ਤੇ ਯਹੂਦੀ ਬੋਲੇ, ਵੇਖੋ ਇਹ ਉਸ ਨਾਲ ਕਿੱਡਾ ਹਿੱਤ ਕਰਦਾ ਹੈ।
ਪਰ ਕਈ ਉਹਨਾਂ ਵਿੱਚੋਂ ਬੋਲੇ ਕਿ ਇਹ ਜਿਹਨੇ ਅੰਨੇ ਦੀਆਂ ਅੱਖਾਂ ਖੋਲੀਆਂ ਇੰਨਾ ਵੀ ਨਾ ਕਰ ਸਕਿਆ। ਜੋ ਇਹ ਮਨੁੱਖ ਨਾ ਮਰਦਾ ਤਾਂ ਯਿਸੂ ਆਪਣੇ ਜੀ ਵਿੱਚ ਫਿਰ ਕਲਪਦਾ ਹੋਇਆ ਖਬਰ ਉੱਥੇ ਆਇਆ। ਉਹ ਇੱਕ ਗੁਫਾ ਸੀ ਅਤੇ ਉਸ ਉੱਤੇ ਇੱਕ ਪੱਥਰ ਧਰਿਆ ਹੋਇਆ ਸੀ। ਯਿਸੂ ਨੇ ਆਖਿਆ, ਇਸ ਪੱਥਰ ਨੂੰ ਹਟਾ ਦਿਓ। ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ, ਪ੍ਰਭੂ ਜੀ, ਉਸ ਕੋਲੋਂ ਤਾਂ ਹੁਣ ਸੜਿਆਉਣ ਆਉਂਦੀ ਹੈ, ਕਿਉਂ ਜੋ ਉਹਨੂੰ 4 ਦਿਨ ਹੋਏ ਹਨ। ਯਿਸੂ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਪਈ, ਜੇ ਤੂੰ ਪ੍ਰਤੀਤ ਕਰੇ ਤਾਂ ਪਰਮੇਸ਼ਰ ਦੀ ਵਡਿਆਈ ਨੂੰ ਵੇਖੇਗੀ। ਸੋ ਉਹਨਾਂ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਤਾਂਹ ਕਰਕੇ ਆਖਿਆ, हे ਪਿਤਾ, ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈਂ ਮੇਰੀ ਸੁਣੀ, ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ। ਪਰ ਇਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ, ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈਂ ਮੈਨੂੰ ਘੱਲਿਆ। ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕਿ ਲਾਜ਼ਰ ਬਾਹਰ ਆ। ਉਹ ਜਿਹੜਾ ਮੋਇਆ ਹੋਇਆ ਸੀ ਕਫਨ ਨਾਲ ਹੱਥ ਪੈਰ ਬੰਦੇ ਹੋਏ ਬਾਹਰ ਨਿਕਲ ਆਇਆ, ਔਰ ਉਹਦੇ ਮੂੰਹ ਉੱਤੇ ਰੁਮਾਲ ਵਲੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਆਖਿਆ, ਉਹਨੂੰ ਖੋਲੋ ਤੇ ਜਾਣ ਦਿਓ। ਤਦੋਂ ਬਥੇਰਿਆਂ ਨੇ ਉਹਨਾਂ ਯਹੂਦੀਆਂ ਵਿੱਚੋਂ ਜਿਹੜੇ ਮਰੀਅਮ ਕੋਲ ਆਏ ਸਨ, ਇਹ ਜੋ ਕੁਝ ਯਿਸੂ ਨੇ ਕੀਤਾ ਵੇਖ ਕੇ ਉਸ ਉੱਤੇ ਨਿੰਦਾ ਕੀਤੀ। ਪਰ ਉਹਨਾਂ ਵਿੱਚੋਂ ਕਈਆਂ ਨੇ ਫਰੀਸੀਆਂ ਦੇ ਕੋਲ ਜਾ ਕੇ ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ। ਇਸ ਲਈ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਨੇ ਮਹਾ ਸਭਾ ਇਕੱਠੀ ਕਰਕੇ ਕਿਹਾ, ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ। ਜੇ ਅਸੀਂ ਉਸ ਨੂੰ ਐਵੇਂ ਛੱਡ ਦੇਈਏ ਤਾਂ ਸਭ ਉਸ ਉੱਤੇ ਨੇਚਾ ਕਰਨਗੇ ਅਤੇ ਰੋਮੀ ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਨਾਲੇ ਸਾਡੀ ਕੌਮ ਵੀ ਲੈ ਲੈਣਗੇ। ਔਰ ਉਹਨਾਂ ਵਿੱਚੋਂ ਕਯਾਫਾ ਨਾਮੇ ਇੱਕ ਨੇ, ਜਿਹੜਾ ਉਸ ਸਾਲ ਸਰਦਾਰ ਜਾਜਕ ਸੀ, ਉਹਨਾਂ ਨੂੰ ਆਖਿਆ, ਤੁਸੀਂ ਕੁਝ ਨਹੀਂ ਜਾਣਦੇ ਅਤੇ ਨਹੀਂ ਸੋਚਦੇ ਹੋ ਭਈ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ। ਪਰ ਇਹ ਉਸਨੇ ਆਪਣੇ ਵੱਲੋਂ ਨਹੀਂ ਕਿਹਾ, ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ, ਅਗਮ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨ ਨੂੰ ਸੀ, ਅਤੇ ਨਿਰਾ ਉਸੇ ਕੌਮ ਦੇ ਬਦਲੇ ਨਹੀਂ, ਸਗੋਂ ਇਸ ਲਈ ਵੀ ਜੋ ਉਹ ਪਰਮੇਸ਼ਰ ਦੀਆਂ ਬਾਲਕਾਂ ਨੂੰ ਜੋ ਕਿੰਡੇ ਹੋਏ ਹਨ ਇਕੱਠਿਆਂ ਕਰਕੇ ਇੱਕੋ ਬਣਾਵੇ। ਸੋ ਉਹਨਾਂ ਨੇ ਉਸੇ ਦਿਨ ਤੋਂ ਮੱਥਾ ਪਕਾਇਆ ਪਈ ਉਸ ਨੂੰ ਜਾਨੋਂ ਮਾਰਨ। ਇਸ ਕਾਰਨ ਯਿਸੂ ਫਿਰ ਯਹੂਦੀਆਂ ਵਿੱਚ ਕੁੱਲਮ ਕੁੱਲਾ ਨਾ ਫਿਰਿਆ, ਪਰ ਉੱਤੇ ਉਜਾੜ ਦੇ ਲਾਗੇ ਦੇ ਦੇਸ਼ ਵਿੱਚ ਇਫਰਾਇਮ ਕਰਕੇ ਇੱਕ ਨਗਰ ਨੂੰ ਗਿਆ ਤੇ ਚੇਲਿਆਂ ਸਨੇ ਉੱਤੇ ਰਿਹਾ। ਪਰ ਯਹੂਦੀਆਂ ਦਾ ਪਾਤਸ਼ਾਹ ਨਾਮੇ ਤਿਉਹਾਰ ਨੇੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਉਹਾਰ ਤੋਂ ਪਹਿਲਾਂ ਪਿੰਡ ਪਿੰਡ ਤੋਂ ਯਰੂਸ਼ਲਮ ਨੂੰ ਗਏ। ਸੋ ਉਹਨਾਂ ਨੇ ਯਿਸੂ ਦੀ ਭਾਲ ਕੀਤੀ ਅਤੇ ਹੈਕਲ ਵਿੱਚ ਖੜੇ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉਤੇ ਨਹੀਂ ਆਊਗਾ? ਅਤੇ ਪ੍ਰਧਾਨ ਜਾਜਕਾਂ ਔਰ ਫਰੀਸੀਆਂ ਨੇ ਹੁਕਮ ਕੀਤਾ ਕਿ ਜੇ ਕੋਈ ਜਾਣਦਾ ਹੋਵੇ ਜੋ ਉਹ ਕਿੱਥੇ ਹੈ ਤਾਂ ਦੱਸ ਦੇਵੇ ਭਈ ਉਹ ਉਸ ਨੂੰ ਫੜ ਲੈਣ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 40, ਇਸ ਵਿੱਚ ਆਪਾਂ ਵੇਖਦੇ ਹਾਂ ਯਹੋਵਾ ਪਰਮੇਸ਼ਰ ਦੇ ਤੰਬੂ ਇਸ ਅਧਿਆਇ ਦੇ ਵਿੱਚ ਇਸਰਾਏਲ ਦੇ ਸਨਮੁਖ ਖੜਾ ਕੀਤਾ ਜਾ ਰਿਹਾ ਹੈ। ਜਿਵੇਂ ਮੂਸਾ ਨੂੰ ਪਰਮੇਸ਼ਰ ਨੇ ਆਖਿਆ, ਉਸੇ ਪ੍ਰਕਾਰ ਉਹ ਉਸ ਥਾਂ ਵਿੱਚ ਖੜਾ ਕੀਤਾ ਜਾਂਦਾ। ਨਾਲੇ ਆਰੋਨ ਅਤੇ ਉਹਦੇ ਪੁੱਤਰ ਪਵਿੱਤਰ ਜਾਜਕਾਈ ਦੀ ਕੰਮ ਲਈ ਮਸਾ ਕੀਤੇ ਜਾਂਦੇ ਅਤੇ ਪਰਮੇਸ਼ਰ ਦਾ ਸੰਦੂਕ ਤੰਬੂ ਦੇ ਵਿਚਕਾਰ ਲਿਆਇਆ ਜਾਂਦਾ ਅਤੇ ਉਹ ਉਹਦੇ ਥਾਂ ਵਿੱਚ ਰੱਖਿਆ ਜਾਂਦਾ। ਉਸੇ ਪ੍ਰਕਾਰ ਜਗਵੇਦੀ
ਅਤੇ ਹਰ ਇੱਕ ਡੇਰੇ ਦਾ ਸਾਮਾਨ ਉਸ ਦੇ ਤਾਂ ਵਿੱਚ ਰੱਖਿਆ ਜਾਂਦਾ ਪਰਮੇਸ਼ਰ ਦੇ ਕਹਿਣੇ ਅਨੁਸਾਰ। ਤਦ ਪਰਮੇਸ਼ਰ ਦਾ ਬੱਦਲ ਤੰਬੂ ਦੇ ਉੱਤੇ ਛਾ ਪਿਆ। ਜਦ ਵੀ ਬੱਦਲ ਚੁੱਕਿਆ ਜਾਂਦਾ ਉਦੋਂ ਤੰਬੂ ਵੀ ਉਸ ਥਾਂ ਤੋਂ ਚੁੱਕਿਆ ਜਾਂਦਾ ਅਤੇ ਸਾਰੇ ਇਸਰਾਏਲੀ ਆਪਣੇ ਸਫ਼ਰ ਨੂੰ ਕਰਨ ਸ਼ੁਰੂ ਕਰਦੇ। ਇਸੇ ਪ੍ਰਕਾਰ ਦਿਨੇ ਬਦਲ ਦੇ ਵਿੱਚ ਪਰਮੇਸ਼ਰ ਇਸਰਾਏਲੀਆਂ ਦੇ ਵਿਚਕਾਰ ਵਾਸ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਉਸੇ ਪ੍ਰਕਾਰ ਜਦ ਵੀ ਮੂਸਾ ਪਰਮੇਸ਼ਰ ਨਾਲ ਗੱਲ ਕਰਨ ਲਈ ਉਸ ਤੰਬੂ ਵਿੱਚ ਵੜਦਾ ਉਦੋਂ ਵੀ ਬੱਦਲ ਉਸ ਤੰਬੂ ਦੇ ਉੱਤੇ ਛਾ ਜਾਂਦਾ। ਦੂਸਰੇ ਰਾਜਿਆਂ ਦੀ ਕਿਤਾਬ ਅਧਿਆਇ 16 ਦੇ ਵਿੱਚ ਵੇਖਦੇ ਹਾਂ, ਆਹਾਜ਼ ਜੋ ਯਹੂਦੀਆਂ ਦਾ ਰਾਜਾ ਸੀ, ਪਰਮੇਸ਼ਰ ਦੇ ਮਨਪਾਉਣੀ ਰਾਜ ਲੋਕਾਂ ਨੂੰ ਨਹੀਂ ਕਰਦਾ। ਉਹ ਆਪਣੇ ਮਨਮਰਜ਼ੀ ਨਾਲ ਕੰਮ ਕਰਦਾ, ਨਾਲੇ ਆਪਣੇ ਔਖੇ ਘੜੀ ਇਨਸਾਨ ਦੇ ਸਹਾਇਤਾ ਨੂੰ ਪਾਲਦਾ। ਯਾਨੀ ਕਿ ਆਰਾਮ ਦੇ ਪਾਦਸ਼ਾਹ ਏਲਤ ਨੂੰ ਆਪਣੇ ਸਹਾਇਤ ਲਈ ਸੱਦਦਾ, ਨਾ ਹੀ ਪਰਮੇਸ਼ਰ ਨੂੰ। ਉਹ ਉਸ ਨੂੰ ਪਰਮੇਸ਼ਰ ਦੇ ਭਵਨ ਦੇ ਵਿੱਚੋਂ ਸੋਨਾ ਚਾਂਦੀ ਕੱਢ ਕੇ ਉਸ ਨੂੰ ਉਹਦੇ ਸਨਮੁਖ ਤੋਹਫਾ ਦੇ ਰੂਪ ਦੇ ਵਿੱਚ ਦੇ ਕੇ ਆਪਣੀ ਸਹਾਇਤ ਲਈ ਸੱਦਦਾ। ਉਹ ਕਦੇ ਪਰਮੇਸ਼ਰ ਨੂੰ ਨਹੀਂ ਪਾਲਦਾ। ਨਾਲੇ ਓਰੀਆ ਜਾਜਕ ਨੂੰ ਜਿਵੇਂ ਉਹ ਅਸੂਰ ਦੇ ਰਾਜਾ ਤਮਿਸਕ ਦੇ ਵਿੱਚ ਬਣਾਇਆ ਹੋਇਆ ਉਸ ਜਗਵੇ ਦੀ ਵਾਂਗੂ ਯਹੂਦੀਆਂ ਦੇ ਉਸ ਪਵਿੱਤਰ ਹੈਕਲ ਦੇ ਵਿੱਚ ਵੀ ਬਣਾ ਕੇ ਰੱਖਣ ਲਈ ਆਖਦਾ ਅਤੇ ਓਰੀਆ ਜਾਜਕ ਵੀ ਉਹਦੇ ਕਹਿਣੇ ਅਨੁਸਾਰ ਕਰਦਾ। ਲੋਕ ਪਰਮੇਸ਼ਰ ਦਾ ਭੈ ਨਹੀਂ ਮੰਨਦੇ ਅਤੇ ਜਿਵੇਂ ਆਹਾਜ਼ ਬੁਰੀਆਈ ਕਰਦਾ ਸੀ, ਉਹ ਆਪਣੇ ਪੁੱਤਰਾਂ ਨੂੰ ਵੀ ਧੀਆਂ ਨੂੰ ਵੀ ਅੱਗ ਦੇ ਵਿੱਚ ਸਾੜਦਾ ਸੀ, ਫਿਰ ਵੀ ਪਰਮੇਸ਼ਰ ਦਾਊਦ ਦੇ ਕਾਰਨ ਦਾਊਦ ਦੇ ਵੰਸ਼ ਵਿੱਚ ਇੱਕ ਨੂੰ ਯਹੂਦੀਆਂ ਉੱਤੇ ਦਿੰਦਾ ਆ ਰਿਹਾ। ਇਸੇ ਪ੍ਰਕਾਰ ਆਪਾਂ ਦੂਸਰੀ ਰਾਜਿਆਂ ਦੀ ਕਿਤਾਬ ਅਧਿਆਇ 17 ਦੇ ਵਿੱਚ ਆਪਾਂ ਵੇਖਦੇ ਹਾਂ, ਹੋਸਾਇਆ ਨਾਮੇ ਇੱਕ ਮਨੁੱਖ ਰਾਜ ਕਰਦਾ। ਉਹ ਵੀ ਪਰਮੇਸ਼ਰ ਦੇ ਖਿਲਾਫ ਯਰੋਬੋਆਮ ਦੇ ਉਸ ਰਾਹ ਵਿੱਚ ਚੱਲ ਕੇ ਪਾਪ ਦੇ ਵਿੱਚ ਲੋਕਾਂ ਨੂੰ ਅਗਵਾਈ ਕਰਕੇ ਰਾਜ ਕਰਦਾ ਹੋਇਆ ਵੇਖਦੇ ਹਾਂ। ਇਸ ਅਧਿਆਇ ਦੇ ਵਿੱਚ ਇਸਰਾਏਲੀ ਦੋਨੋਂ ਪਾਸੇ ਭੈ ਮੰਨਦੇ, ਪਰਮੇਸ਼ਰ ਦਾ ਵੀ ਭੈ ਮੰਨਦੇ ਅਤੇ ਬਾਲ ਦੇਵਤਿਆਂ ਦਾ ਵੀ ਭੈ ਮੰਨਦੇ ਹੋਏ ਵੇਖਦੇ ਹਾਂ। ਇਸ ਪ੍ਰਕਾਰ ਇਸਰਾਏਲੀ ਦੇ ਵਿੱਚ ਯਹੂਦੀਆਂ ਦੇ ਵਿੱਚ ਪਾਪ ਵੱਧਦਾ ਹੋਇਆ ਇਹਨਾਂ ਦੋਨੋਂ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਯੂਹੰਨਾ ਦੀ ਇੰਜੀਲ ਅਧਿਆਇ 11 ਦੇ ਵਿੱਚ ਯਿਸੂ ਮਸੀਹ ਜਿਨ੍ਹਾਂ ਨਾਲ ਹਿੱਤ ਕਰਦਾ ਸੀ ਉਹਨਾਂ ਨਾਲ ਬਹੁਤ ਹੀ ਮਾੜੀ ਗੱਲ ਹੋ ਰਹੀ ਹੈ। ਮਾਰਥਾ ਦੇ ਭਰਾ ਲਾਜ਼ਰ ਬਿਮਾਰ ਹੋ ਕੇ ਮਰ ਜਾਂਦਾ। ਜਦ ਲੋਕ ਪ੍ਰਭੂ ਯਿਸੂ ਮਸੀਹ ਨੂੰ ਸੁਨੇਹਾ ਕਰਦੇ ਹੈ ਕਿ ਲਾਜ਼ਰ ਬਿਮਾਰ ਹੈ, ਪ੍ਰਭੂ ਯਿਸੂ ਮਸੀਹ ਜਾਣਦਾ ਸੀ ਕਿ ਉਹਦੇ ਮਰਨ ਦੇ ਦੁਆਰਾ, ਉਹਦੇ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਹੋਣ ਵਾਲੀ ਹੈ, ਤਾਂ ਉਹ ਉਹਨੂੰ ਛੱਟ ਮਿਲਣ ਨੂੰ ਨਹੀਂ ਜਾਂਦਾ। ਉਹ ਜਿੱਤੇ ਰਿਹਾ ਉੱਤੇ ਔਰ 2-4 ਦਿਨ ਲਾ ਕੇ ਠਹਿਰ ਕੇ ਫਿਰ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਲਾਜ਼ਰ ਮਰ ਗਿਆ, ਉਦੋਂ ਉਹਨਾਂ ਨੂੰ ਮਿਲਣ ਲਈ ਜਾਂਦਾ। ਕਈ ਲੋਕ ਕਹਿੰਦੇ ਪ੍ਰਭੂ ਯਿਸੂ ਮਸੀਹ ਕਿੰਨਾ ਵਧਿਕ ਲਾਜ਼ਰ ਨੂੰ ਪਿਆਰ ਕਰਦਾ। ਕਈ ਕਹਿੰਦੇ ਇਹ ਤਾਂ ਉਸ ਨੂੰ ਮਰਨ ਨਹੀਂ ਦੇਣਾ ਸੀ, ਉਹ ਇਹਨੂੰ ਚੰਗਾ ਕਰਨਾ ਸੀ, ਪਰ ਇਹਨੇ ਸਮਾਂ ਟੱਪ ਕੇ ਆਇਆ ਤਾਂ ਕਿ ਉਹਨੂੰ ਚੰਗਾ ਨਾ ਕਰ ਸਕੇ। ਪਰ ਯਿਸੂ ਮਸੀਹ ਨੂੰ ਪਤਾ ਸੀ ਉਹ ਕਿਹਦੇ ਨਾਲ ਹਿੱਤ ਕਰਦਾ ਹੈ, ਉਹਦੇ ਨਾਲ ਕੀ ਕੁਝ ਕਰਨ ਵਾਲਾ ਹੈ। ਸੋ ਉਹਨੇ ਜੋ ਲੋਕ ਨਹੀਂ ਸੋਚਦੇ ਸੀ, ਜੋ ਮਰੀਮ ਅਤੇ ਮਾਰਥਾ ਖੁਦ ਨਹੀਂ ਜਾਣਦੇ ਸੀ, ਉਹ ਗੱਲ ਨੂੰ ਲਾਜ਼ਰ ਦੀ ਜ਼ਿੰਦਗੀ ਦੇ ਵਿੱਚ ਕਰਦਾ। ਮੁਰਦਾ ਲਾਜ਼ਰ
ਜਿਹੜਾ ਮਰ ਕੇ 4 ਦਿਨ ਹੋ ਗਿਆ ਸੀ, ਉਹ ਪ੍ਰਭੂ ਯਿਸੂ ਮਸੀਹ ਦੇ ਆਵਾਜ਼ ਨੂੰ ਸੁਣ ਕੇ ਆਪਣੇ ਮੌਤ ਤੋਂ ਜੀ ਉੱਠਦਾ ਅਤੇ ਲੋਕਾਂ ਦੇ ਵਿਚਕਾਰ ਸ਼ਾਮਿਲ ਹੋ ਜਾਂਦਾ। ਜਦ ਇੰਨੀ ਵੱਡੀ ਗੱਲ ਨੂੰ ਵੇਖਦੇ ਹੋਏ ਵੀ ਯਹੂਦੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਨਹੀਂ ਕਰਦੇ, ਚਾਹੁੰਦੇ ਕਿ ਯਿਸੂ ਮਸੀਹ ਨੂੰ ਨਾਸ਼ ਕਰਨ ਲਈ ਇੱਕ ਕਯਾਫਾ ਨਾਮ ਦੇ ਪ੍ਰਧਾਨ ਜਾਜਕ ਭਵਿੱਖਬਾਣੀ ਦੇ ਰੂਪ ਦੇ ਵਿੱਚ ਆਖਦਾ ਹੈ ਕਿ ਪ੍ਰਭੂ ਯਿਸੂ ਮਸੀਹ ਯਹੂਦੀ ਲਈ ਅਤੇ ਸਾਰੇ ਪਰਮੇਸ਼ਰ ਦੇ ਮੰਨਣ ਵਾਲਿਆਂ ਲਈ ਲਹੂ ਬਹਾ ਕੇ ਮਰਨਾ। ਸੋ ਪ੍ਰਭੂ ਦੇ ਪਿਆਰਿਓ, ਪ੍ਰਭੂ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਆਪਾਂ ਨੂੰ ਆਖਦਾ ਹੈ ਕਿ ਆਪਾਂ ਨੂੰ ਚਾਹੀਦਾ ਹੈ ਪਰਮੇਸ਼ਰ ਦੇ ਸਨਮੁਖ ਆਗਿਆਕਾਰੀ ਨਾਲ ਰਹਿਣਾ, ਨਾ ਕਿ ਅਨਾਗਿਆਕਾਰੀ ਹੋ ਕੇ ਉਹਦੇ ਵਿਵਸਥਾ ਨੂੰ ਨਾ ਮੰਨ ਕੇ ਉਹਦੇ ਕਹੇ ਹੋਏ ਉਹਨਾਂ ਵਾਕਾਂ ਨੂੰ ਭੁੱਲ ਕੇ ਇਧਰ ਉਧਰ ਫਿਰਨਾ। ਜਿਨ੍ਹਾਂ ਨਾਲ ਪ੍ਰਭੂ ਯਿਸੂ ਮਸੀਹ ਅਤੇ ਪ੍ਰਭੂ ਪਰਮੇਸ਼ਰ ਪਿਆਰ ਕਰਦਾ ਹੈ, ਉਹਨਾਂ ਨਾਲ ਕੁਝ ਵੀ ਮਾੜੀ ਗੱਲ ਹੋਵੇ ਉਹਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੁੰਦੀ ਹੈ, ਨਾ ਕਿ ਬੇਇੱਜ਼ਤੀ ਹੁੰਦੀ ਹੈ। ਕੋਈ ਵੀ ਗੱਲ ਤੁਹਾਨੂੰ ਬੇਇੱਜ਼ਤੀ ਕਰਨ ਲਈ, ਮੈਨੂੰ ਬੇਇੱਜ਼ਤੀ ਕਰਨ ਲਈ ਪਰਮੇਸ਼ਰ ਆਪਣੀ ਜ਼ਿੰਦਗੀ ਦੇ ਵਿੱਚ ਹੋਣ ਦਿੰਦਾ ਹੈ। ਸੋ ਪ੍ਰਭੂ ਤੁਹਾਨੂੰ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। God bless you.